ਵਪਾਰੀ ਵਰਗ ਵੱਲੋਂ ਭਾਰਤ ਬੰਦ ਦਾ ਸੱਦਾ। ਦੇਸ਼ ਭਰ 'ਚ 8 ਕਰੋੜ ਵਪਾਰੀਆਂ ਦਾ ਪ੍ਰਦਰਸ਼ਨ। ਟਰਾਂਸਪੋਰਟ ਸੰਗਠਨ ਨੇ ਵੀ ਦਿੱਤਾ ਸਮਰਥਨ। ਦਿੱਲੀ ਹਿੰਸਾ ਮਾਮਲੇ 'ਚ ਗ੍ਰਿਫਤਾਰੀ ਦੀਪ ਸਿੱਧੂ ਦੀ ਅਰਜ਼ੀ ਤੇ ਅੱਜ 30 ਹਜ਼ਾਰੀ ਕੋਰਟ 'ਚ ਸੁਣਵਾਈ। ਦੀਪ ਸਿੱਧੂ ਨੇ ਨਿਰਪੱਖ ਜਾਂਚ ਦੀ ਕੀਤੀ ਮੰਗ। ਅੰਮ੍ਰਿਤਸਰ ਪੁਲਿਸ ਨੇ ਰੇਡ ਦੌਰਾਨ ਵੱਡੀ ਮਾਤਰਾ 'ਚ ਬਰਾਮਦ ਕੀਤੀ ਸ਼ਰਾਬ। ਇੱਕ ਵਿਅਕਤੀ ਕਾਬੂ। ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ है। जी हाँ, ਅੱਜ ਭਾਰਤ ਬੰਦ ਰਹੇਗਾ। ਇਹ ਸੱਦਾ ਵਪਾਰੀ ਵਰਗ ਵੱਲੋਂ ਦਿੱਤਾ ਗਿਆ ਹੈ। ਦੇਸ਼ 'ਚ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ, GST ਈ ਬਿੱਲ ਨੂੰ ਲੈ ਕੇ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਦੇਸ਼ ਭਰ ਦੇ 8 ਕਰੋੜ ਤੋਂ ਵੱਧ ਵਪਾਰੀ ਇਸ ਭਾਰਤ ਬੰਦ 'ਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਟਰਾਂਸਪੋਰਟ ਸੰਗਠਨ ਨੇ ਵੀ ਇਸ ਦਾ ਸਮਰਥਨ ਕੀਤਾ ਹੈ। ਇਸ ਵੇਲੇ ਦੀ ਅਹਿਮ ਖਬਰ ਕਿਸਾਨ ਅੰਦੋਲਨ ਦੇ ਵਿਚਕਾਰ ਵਪਾਰੀ ਵਰਗ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਪੈਟਰੋਲ ਡੀਜ਼ਲ GST ਤੇ ਈ ਬਿੱਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਵੱਲੋਂ 26 ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਦੱਸ ਦਈਏ ਕਿ ਦੇਸ਼ ਭਰ ਦੇ 8 ਕਰੋੜ ਤੋਂ ਵੱਧ ਵਪਾਰੀ ਇਸ ਭਾਰਤ ਬੰਦ 'ਚ ਸ਼ਾਮਿਲ ਹੋਣਗੇ। ਇਸ ਦੇ ਨਾਲ ਹੀ ਟਰਾਂਸਪੋਰਟਰਾਂ ਦੇ ਸੰਗਠਨ ਨੇ ਵੀ ਇਸ ਦਿਨ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸੇ ਦੇ ਚੱਲਦੇ ਦੇਸ਼ ਭਰ ਵਿੱਚ ਸਵੇਰੇ 6 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਟ੍ਰੈਫਿਕ ਜਾਮ ਕੀਤਾ ਜਾਵੇਗਾ। ਦੱਸ ਦਈਏ ਕਿ ਵਪਾਰੀ ਵਰਗ ਤੇ ਟਰਾਂਸਪੋਰਟਰਾਂ ਦੀ ਇਸ ਹੜਤਾਲ ਦੇ ਚੱਲਦੇ ਕੱਲ ਨੂੰ ਸਾਰੇ ਵਪਾਰਕ ਬਾਜ਼ਾਰ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਦੌਰਾਨ ਕਿਸਾਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਭਾਰਤ ਬੰਦ ਦਾ ਐਲਾਨ ਕਰ ਚੁੱਕੇ ਨੇ ਤੇ ਹੁਣ ਕੱਲ ਵਪਾਰੀ ਵਰਗ ਤੇ ਟਰਾਂਸਪੋਰਟਰਾਂ ਵੱਲੋਂ GST ਤੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਅੰਮ੍ਰਿਤਸਰ ਪੁਲਿਸ ਨੇ ਰੇਡ ਦੌਰਾਨ ਪ੍ਰਾੜੀਵਾਲ ਇਲਾਕੇ 'ਚੋਂ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ ਇੱਕ ਤਸਕਰ ਸਮੇਤ 1101 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਮੌਕੇ ਪੁਲਿਸ ਨੇ ਦੱਸਿਆ ਕਿ ਆਰੋਪੀ ਦੇ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਨੇ ਤੇ ਪੂਰਾ ਪਰਿਵਾਰ ਹੀ ਸ਼ਰਾਬ ਦਾ ਧੰਦਾ ਕਰਦਾ ਸੀ ਤੇ ਆਰੋਪੀ ਨੂੰ ਕਾਬੂ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। देखो जी, गुरदयाल सिंह बिट्टू चूपनी नाम का तस्कर जिसके खिलाफ ऑलरेडी 24 केस दर्ज ने एक्साइज के, इवन NDP एक्ट के भी केस दर्ज ने। ये सारा परिवार ही शराब का धंधा करता सीगा। ਜਦੋਂ ਇਹਦੇ ਕੋਲ ਰਿਕਵਰੀ ਹੋਈ ਹੈ, ਇਹਨੂੰ ਅਸੀਂ ਕੋਰਟ ਵੀ ਪੇਸ਼ ਕਰਕੇ ਜੇਲ੍ਹ ਵੀ ਭੇਜਿਆ, ਜਿੱਥੋਂ ਜ਼ਮਾਨਤ ਤੇ ਆ ਕੇ ਇਹ ਕੰਮ ਇਹ ਕਰਦੇ ਰਹੇ। ਲੇਕਿਨ ਮਾਨਯੋਗ CM ਸਾਹਿਬ ਨੇ ਇਹ ਜਦੋਂ ਮੁਹਿੰਮ ਛੇੜੀ ਹੈ ਹੁਣ ਦੁਬਾਰਾ ਫਿਰ, ਤੇ ਉਸ ਸੰਬੰਧ ਵਿੱਚ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਅਸੀਂ अर्ਲੀ ਮਾਰਨਿੰਗ ਕਾਰਡਨ ਐਂਡ ਸਰਚ ਆਪਰੇਸ਼ਨ ਚਲਾਏ ਗਏ। ਉਸ ਆਪਰੇਸ਼ਨ ਦੇ ਵਿੱਚ ਸਾਨੂੰ ਕਾਮਯਾਬੀ ਮਿਲੀ। ਇਹ ਬਿੱਟੂ ਨਾਂ ਦਾ ਜਿਹੜਾ ਵਿਅਕਤੀ ਹੈ, ਜਿਹਦੇ ਘਰ ਦੇ ਬਾਹਰ ਅਸੀਂ ਖੜੇ ਹਾਂ, ਉਹਦੇ ਕੋਲੋਂ 1101 ਬੋਤਲ ਸ਼ਰਾਬ ਜਿਹੜੀ ਅਲਕੋਹਲ ਹੈ ਉਹ ਬਰਾਮਦ ਹੋਈ ਹੈ, ਪਲੱਸ 2,27,000 ਰੁਪਈਆ ਕੈਸ਼ ਜਿਹੜਾ ਵੀ ਉਹ ਬਰਾਮਦ ਹੋਇਆ ਉਸੇ ਢਾਰੇ ਦੇ ਵਿੱਚੋਂ ਜਿੱਥੋਂ ਹੈ ਸ਼ਰਾਬ ਬਰਾਮਦ ਹੋਈ ਹੈ। ਸੋ ਇਹ ਬੰਦਾ ਕਾਫੀ ਅਰਸੇ ਤੋਂ ਕੰਮ ਕਰ ਰਿਹਾ ਸੀਗਾ, ਕਦੀ ਅੰਦਰ ਚਲ ਜਾਣਾ, ਕਦੀ ਬਾਹਰ ਆ ਜਾਣਾ, ਕਾਨੂੰਨ ਦੇ ਨਾਲ ਖਿਲਵਾੜ ਕਰਨਾ। ਲੇਕਿਨ ਐਤਕੀ ਕਾਫੀ ਜ਼ਿਆਦਾ ਮਾਤਰਾ 'ਚ ਫੜਿਆ ਗਿਆ ਤੇ ਅਸੀਂ ਇਸ ਕੇਸ ਨੂੰ ਅੱਛੇ ਤਰੀਕੇ ਨਾਲ ਡਿਫੈਂਡ ਕਰਾਂਗੇ, ਕੋਰਟ ਦੇ ਵਿੱਚ ਬਣਾ ਕੇ ਭੇਜਾਂਗੇ ਤਾਂ ਕਿ ਇਸ ਬੰਦੇ ਦੀ ਜਲਦੀ ਜ਼ਮਾਨਤ ਨਾ ਹੋਵੇ। ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਖਿਲਾਫ ਦਾਇਰ ਮਾਨਹਾਨੀ ਕੇਸ 'ਚ ਦੋਵੇਂ ਲੀਡਰ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਹੋਏ ਸੀ। ਲੁਧਿਆਣਾ ਦੀ ਕੋਰਟ 'ਚ ਕੱਲ ਸੁਣਵਾਈ ਸੀ, ਪਰ ਮਜੀਠੀਆ ਦੇ ਵਕੀਲ ਨੇ ਦਾਅਵਾ ਕੀਤਾ ਕਿ ਦੂਜੀ ਧਿਰ ਯਾਨੀ ਸੰਜੇ ਸਿੰਘ ਦੇ ਵਕੀਲ ਨੇ ਬਹਿਸ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਹੁਣ ਖੁਦ ਕੇਸ ਤੋਂ ਉਹ ਭੱਜਣਾ ਚਾਹੁੰਦੇ ਨੇ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਤੋਂ ਮਾਫੀ ਮੰਗਵਾਈ ਸੀ ਤੇ ਹੁਣ ਸੰਜੇ ਸਿੰਘ ਦਾ ਵੀ ਉਹੀ ਹਾਲ ਹੋਣ ਵਾਲਾ ਹੈ। ਲੁਧਿਆਣਾ ਮਾਣਹਾਨੀ ਮਾਮਲੇ 'ਚ ਸ਼ਿਕਾਇਤਕਰਤਾ ਬਿਕਰਮ ਮਜੀਠੀਆ ਤੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਆਪ ਆਗੂ ਸੰਜੇ ਸਿੰਘ ਪੇਸ਼ ਹੋਏ। ਲੁਧਿਆਣਾ ਦੀ ਸਿਵਲ ਅਦਾਲਤ 'ਚ ਅੱਜ ਕ੍ਰਾਸ ਐਗਜ਼ਾਮੀਨੇਸ਼ਨ ਰੱਖੀ ਗਈ ਸੀ, ਪਰ ਬਿਕਰਮ ਮਜੀਠੀਆ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਦੂਜੀ ਧਿਰ ਯਾਨੀ ਕਿ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਦੇ ਵਕੀਲ ਨੇ ਕ੍ਰਾਸ ਐਗਜ਼ਾਮੀਨੇਸ਼ਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਹੁਣ ਖੁਦ ਕੇਸ ਤੋਂ ਭੱਜਣਾ ਚਾਹੁੰਦੇ ਨੇ। ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਪਹਿਲਾਂ ਕੇਜਰੀਵਾਲ ਤੋਂ ਮਾਫੀ ਮੰਗਵਾਈ ਸੀ ਤੇ ਹੁਣ ਸੰਜੇ ਸਿੰਘ ਦਾ ਵੀ ਉਹੀ ਹਾਲ ਹੋਣ ਵਾਲਾ ਹੈ। ਉਹ ਬੜੀ ਰੌਲਾ ਤੁਹਾਡੇ ਅੱਗੇ ਪਾਉਂਦੇ ਸੀ, ਵੱਡਾ ਬਾਹਰ ਨਿਕਲ ਕੇ, अंदर जाके नहीं बाहर, कि मजीठीए ने ये करता, मजीठीए ने वो करता। तो मैं इन्हों एक बारी बोलिया, मैं भरावा जो बाहर बोलता अंदर भी बोल। 4 साल लग गए जी, अज 16 तो 21 आ गई, 5 साल बल्कि 5 सालों च कोर्ट तो भज रहे हैं। हाई कोर्ट गए, इन्हों की प्ली डिसमिस हुई, सुप्रीम कोर्ट गए, इन्हों की प्ली डिसमिस हुई, अज फिर आए। देखो इन्हों का समा सी क्रॉस क्वेश्चनिंग का, अज फिर कहते सी हाई कोर्ट जाना। भरावा छोटी जी और कोर्ट ने जज साहब ने
ਕਿੰਨੇ ਮੌਕੇ ਦੇਣ ਤੋਂ ਬਾਅਦ ਵੀ ਤੁਹਾਡੇ ਕੋਲ ਜੋ ਹੈ ਤੁਸੀਂ ਕਨਫਰੰਟ ਕਰੋ। ਭੱਜ ਗਏ ਫੇਰ ਅੱਜ। ਉਧਰ ਦੂਜੇ ਪਾਸੇ ਸੰਜੇ ਸਿੰਘ ਨੇ ਕਿਹਾ ਕਿ ਉਹਨਾਂ ਦੀ ਜਿੱਤ ਯਕੀਨੀ ਹੋਵੇਗੀ। ਇਸ ਦੇ ਨਾਲ ਹੀ ਉਹਨਾਂ ਮਜੀਠੀਆ ਵੱਲੋਂ ਦਿੱਤੇ ਗਏ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਮਜੀਠੀਆ ਇਹ ਫੈਸਲਾ ਨਹੀਂ ਕਰਨਗੇ, ਇਹ ਫੈਸਲਾ ਅਦਾਲਤ ਦਾ ਹੈ। BPCL महारत्ना कंपनी, स्टील अथॉरिटी ऑफ इंडिया लिमिटेड महारत्ना कंपनी, कॉनकॉर मुनाफे की कंपनी, हिंदुस्तान के मुनाफे की कंपनियों को आप बेच रहे हैं और अपनी पीठ थपथपा रहे हैं। आप कह रहे हैं 100 से ज़्यादा संपत्तियां हम नीलाम करेंगे और 150 से ज़्यादा नीलाम करेंगे। तो मैंने आपको जैसा कहा कि ये सरकार हिंदुस्तान को बेचने का बजट लेके आई है। बहरहाल हुण इस मामले की अगली तारीख 4 मार्च रखी गई है। ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰੀ ਫਿਰ ਤੋਂ ਤੇਜ਼ੀ ਨਾਲ ਵਧ ਰਹੇ ਨੇ, ਜਿਸ ਉੱਪਰ PGI ਡਾਇਰੈਕਟਰ ਜਗਤ ਰਾਮ ਨੇ ਦੱਸਿਆ ਕਿ ਕਿਸ ਵਜ੍ਹਾ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਵਧ ਰਹੇ ਨੇ। ਉਹਨਾਂ ਨੇ ਕਿਹਾ ਕਿ ਲੋਕਾਂ ਦੀ ਲਾਪਰਵਾਹੀ ਦੇ ਵਜ੍ਹਾ ਦੇ ਕਾਰਨ ਇਹ ਕੋਰੋਨਾ ਵਾਇਰਸ ਫਿਰ ਤੋਂ ਫੈਲ ਰਿਹਾ ਹੈ। ਇਸ ਲਈ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਸਾਵਧਾਨੀ ਵਰਤਣ, ਨਹੀਂ ਤਾਂ ਅੱਗੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰ ਇਹ ਜਿਹੜਾ ਹੁਣ ਕਰੋਨਾ ਦਾ ਦੁਬਾਰਾ ਤੋਂ ਜਿਹੜਾ ਪ੍ਰਕੋਪ ਤੇਜ਼ੀ ਨਾਲ ਵਧਿਆ ਹੈ, ਕੀ ਕਾਰਨ ਕੀ ਹੈ ਅਸਲ ਦੇ ਵਿੱਚ? ये बिल्कुल आपने सही कहा, जैसे कि अक्टूबर से लेके फरवरी 2021 तक कितनी रिडक्शन हुई थी। शुरुआत में जो हमने देखने में आया कि बहुत कम केसेस बहुत कम हो गए थे, तो उसकी वजह से क्या हुआ जो मेरे को समझ में आता है कि एक तो लोग बड़े लैक्स हो गए, लापरवाही दोबारा शुरू हो गई, और जो एक जो प्रोटोकॉल है उसको नहीं फॉलो करते हैं। लोग सोचते हैं कि कोविड तो ख़त्म हो गया, ये ख़त्म तो कहाँ हुआ, ख़त्म अगर हम होने देंगे तभी तो ख़त्म होगा। और इसमें हमें जो लापरवाही जो देखने में आती है कि मास्क नहीं पहनना, सोशल डिस्टेंसिंग नहीं है, और जो काफ़ी रिस्ट्रिक्शंस थी जैसे कि इवेंट्स पे, जैसे शादी पे या पार्टीज़ या कोई सेलिब्रेशन फंक्शंस, वो भी कम देखने में आई है। वहाँ प्रोटोकॉल ही फॉलो नहीं होता है या कम फॉलो होता है। तो गवर्नमेंट ऑफ जैसे गवर्नमेंट ऑफ पंजाब भी रिस्ट्रिक्शन लगा रही है कि 1 मार्च से, मैंने पढ़ा कि भी 1 मार्च से रिस्ट्रिक्शन चालू हो जाए, शुरू हो जाएगी। तो इसलिए हमें चाहिए कि हम प्रोटोकॉल को फॉलो करें, क्योंकि जो नंबर ऑफ़ केसेस बढ़ रहे हैं वो उस पर रोकथाम हो सके। दूसरा ये भी है कि जैसे नया स्ट्रेन इसका कोविड-19 का आया है, जो इंडियन स्ट्रेन है, वो भी एक थोड़ा फास्ट स्प्रेडिंग स्ट्रेन है। तो उससे भी हमें मतलब प्रोटोकॉल ही तो फॉलो करना है। ਇਹ ਜਿਹੜਾ ਤੁਸੀਂ ਦੱਸੋ ਜਿਹੜਾ ਨਵਾਂ ਸਟ੍ਰੇਨ ਹੈ, ਇੱਕ ਪਹਿਲੇ ਵਾਲੇ ਸਟ੍ਰੇਨ ਤੋਂ ਕਿੰਨਾ ਕੁ ਜ਼ਿਆਦਾ ਖਤਰਨਾਕ ਹੈ? जो पहले वाला स्ट्रेन था वो भी, उससे भी देखो कोविड कितना फैला। जो नया वाला स्ट्रेन है, चाहे वो यूके का स्ट्रेन है चाहे इंडिया का कोविड-19 का स्ट्रेन है, वो एक फास्ट स्प्रेडिंग स्ट्रेन है, जो एक तेज़ी से, जैसे सपोज करो आग तेज़ी से फैलती है ना, तो कितनी मतलब वो कितनी खतरनाक है, वो खतरा तो करेगी ना। जो इसका मतलब स्प्रेड तो फास्ट है, स्प्रेड ये फास्टर स्प्रेड होता है, तो ज़्यादा लोगों को अपनी चपेट में लेगा। कितना विरुलेंट है, कितने मरेंगे। पहले जो रेट है डेथ का कंट्री में, जैसे कि 1 करोड़ 10 लाख से ऊपर लोगों को कोविड हुआ, उसमें से 1% लोगों की डेथ हुई है। तो जब जैसे ज़्यादा इन्वॉल्व होंगे तो ज़्यादा डेथ होंगी। इसलिए हमें चाहिए कि ये तो ख़तरनाक तो है ही है, फास्ट स्प्रेडिंग स्ट्रेन है, तो इसलिए हमें तो प्रोटोकॉल ही फॉलो करना है ना। ਦਿੱਲੀ ਹਿੰਸਾ ਮਾਮਲੇ 'ਚ ਗ੍ਰਿਫਤਾਰ ਦੀਪ ਸਿੱਧੂ ਦੀ ਅਰਜ਼ੀ ਤੇ ਅੱਜ 30 ਹਜ਼ਾਰੀ ਕੋਰਟ 'ਚ ਸੁਣਵਾਈ ਹੋਵੇਗੀ। ਜਾਣਕਾਰੀ ਮੁਤਾਬਿਕ ਦੀਪ ਸਿੱਧੂ ਨੇ 30 ਹਜ਼ਾਰੀ ਕੋਰਟ 'ਚ ਆਪਣੀ ਇੱਕ ਅਰਜ਼ੀ ਦਾਖਲ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ 'ਚ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ, ਜਿਸ ਨੂੰ ਲੈ ਕੇ ਦੀਪ ਸਿੱਧੂ ਨੇ ਇੱਕ ਅਰਜ਼ੀ ਦਾਇਰ ਕੀਤੀ ਹੈ, ਜਿਸ ਨੂੰ ਲੈ ਕੇ ਅੱਜ 30 ਹਜ਼ਾਰੀ ਕੋਰਟ 'ਚ ਸੁਣਵਾਈ ਹੋਵੇਗੀ। ਇਸ ਵੇਲੇ ਦੀ ਵੱਡੀ ਖਬਰ 26 ਜਨਵਰੀ ਹਿੰਸਾ ਮਾਮਲੇ 'ਚ ਗ੍ਰਿਫਤਾਰ ਦੀਪ ਸਿੱਧੂ ਦੀ ਅਰਜ਼ੀ ਤੇ ਅੱਜ ਸੁਣਵਾਈ ਹੋਵੇਗੀ। ਦੱਸਦੇ ਕਿ ਦੀਪ ਸਿੱਧੂ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਦੇ ਵਿੱਚ ਸਹੀ ਤੇ ਨਿਰਪੱਖ ਜਾਂਚ ਹੋਵੇ, ਤੇ ਇਸੇ ਨਿਰਪੱਖ ਜਾਂਚ ਲਈ ਉਹਨਾਂ ਨੇ 30 ਹਜ਼ਾਰੀ ਕੋਰਟ ਦੇ ਵਿੱਚ ਅਰਜ਼ੀ ਲਗਾਈ ਸੀ, ਤੇ ਇਸੇ ਅਰਜ਼ੀ ਤੇ ਅੱਜ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ। ਜਾਣਕਾਰੀ ਦੇ ਮੁਤਾਬਕ ਦੀਪ ਸਿੱਧੂ ਨੇ ਆਪਣੀ ਅਰਜ਼ੀ ਦੇ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਗਲਤ ਸਮੇਂ ਤੇ ਗਲਤ ਥਾਂ ਤੇ ਸਨ, ਤੇ ਉਹਨਾਂ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਸੀ ਕਿ ਉਹ ਪੁਲਿਸ ਤੇ ਹਮਲਾ ਨਾ ਕਰਨ। ਦੀਪ ਸਿੱਧੂ ਵੱਲੋਂ ਦਾਖਲ ਕੀਤੀ ਗਈ ਇਸ ਅਰਜ਼ੀ ਤੇ 30 ਹਜ਼ਾਰੀ ਕੋਰਟ ਸੁਣਵਾਈ ਕਰੇਗਾ।
ਜ਼ਿਕਰਯੋਗ ਹੈ ਕਿ 26 ਜਨਵਰੀ ਹਿੰਸਾ ਦੇ ਮਾਮਲੇ 'ਚ ਦੀਪ ਸਿੱਧੂ ਨੂੰ 8 ਫਰਵਰੀ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ 9 ਫਰਵਰੀ ਨੂੰ ਉਹਨਾਂ ਨੂੰ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਸੀ ਤੇ ਬੀਤੇ ਦਿਨੀ 26 ਜਨਵਰੀ ਹਿੰਸਾ ਦੇ ਮਾਮਲੇ ਵਿੱਚ ਦੀਪ ਸਿੱਧੂ ਨੂੰ 14 ਦਿਨਾਂ ਲਈ ਜੇਲ੍ਹ 'ਚ ਵੀ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ 30 ਹਜ਼ਾਰੀ ਕੋਰਟ ਦੇ ਵਿੱਚ ਇਹ ਅਰਜ਼ੀ ਦਾਖਲ ਕੀਤੀ ਗਈ ਹੈ ਤੇ ਇਸੇ ਅਰਜ਼ੀ ਤੇ ਅੱਜ ਸੁਣਵਾਈ ਹੋਵੇਗੀ। ਇਸ ਵੇਲੇ ਦੀ ਵੱਡੀ ਖਬਰ 26 ਜਨਵਰੀ ਹਿੰਸਾ ਮਾਮਲੇ 'ਚ ਗ੍ਰਿਫਤਾਰ ਦੀਪ ਸਿੱਧੂ ਦੀ ਅਰਜ਼ੀ ਤੇ ਅੱਜ ਸੁਣਵਾਈ ਹੋਵੇਗੀ। ਦੱਸਦੇ ਕਿ ਦੀਪ ਸਿੱਧੂ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਦੇ ਵਿੱਚ ਸਹੀ ਤੇ ਨਿਰਪੱਖ ਜਾਂਚ ਹੋਵੇ ਤੇ ਇਸੇ ਨਿਰਪੱਖ ਜਾਂਚ ਲਈ ਉਹਨਾਂ ਨੇ 30 ਹਜ਼ਾਰੀ ਕੋਰਟ ਦੇ ਵਿੱਚ ਅਰਜ਼ੀ ਲਗਾਈ ਸੀ ਤੇ ਇਸੇ ਅਰਜ਼ੀ ਤੇ ਅੱਜ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ। ਜਾਣਕਾਰੀ ਦੇ ਮੁਤਾਬਕ ਦੀਪ ਸਿੱਧੂ ਨੇ ਆਪਣੀ ਅਰਜ਼ੀ ਦੇ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਗਲਤ ਸਮੇਂ ਤੇ ਗਲਤ ਥਾਂ ਤੇ ਸਨ ਤੇ ਉਹਨਾਂ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਸੀ ਕਿ ਉਹ ਪੁਲਿਸ ਤੇ ਹਮਲਾ ਨਾ ਕਰਨ। ਦੀਪ ਸਿੱਧੂ ਵੱਲੋਂ ਦਾਖਲ ਕੀਤੀ ਗਈ ਇਸ ਅਰਜ਼ੀ ਤੇ 30 ਹਜ਼ਾਰੀ ਕੋਰਟ ਸੁਣਵਾਈ ਕਰੇਗਾ। ਜ਼ਿਕਰਯੋਗ ਹੈ ਕਿ 26 ਜਨਵਰੀ ਹਿੰਸਾ ਦੇ ਮਾਮਲੇ 'ਚ ਦੀਪ ਸਿੱਧੂ ਨੂੰ 8 ਫਰਵਰੀ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ 9 ਫਰਵਰੀ ਨੂੰ ਉਹਨਾਂ ਨੂੰ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਸੀ ਤੇ ਬੀਤੇ ਦਿਨੀ 26 ਜਨਵਰੀ ਹਿੰਸਾ ਦੇ ਮਾਮਲੇ ਵਿੱਚ ਦੀਪ ਸਿੱਧੂ ਨੂੰ 14 ਦਿਨਾਂ ਲਈ ਜੇਲ੍ਹ 'ਚ ਵੀ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ 30 ਹਜ਼ਾਰੀ ਕੋਰਟ ਦੇ ਵਿੱਚ ਇਹ ਅਰਜ਼ੀ ਦਾਖਲ ਕੀਤੀ ਗਈ ਹੈ ਤੇ ਇਸੇ ਅਰਜ਼ੀ ਤੇ ਅੱਜ ਸੁਣਵਾਈ ਹੋਵੇਗੀ। ਤੇ ਸੀ ਹੁਣ ਤੱਕ ਦੀਆਂ ਖਾਸ ਖਬਰਾਂ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।